ਆਯੁਰਵੇਦ ਇੱਕ ਐਸੀ ਸਾਇੰਸ ਹੈਗੀ ਹੈ ਜਿਹਨੂੰ ਅਸੀਂ ਆਯੂ ਹਿੰਦੀ 'ਚ ਆਪਾਂ ਆਯੂ ਕਹਿੰਦੇ ਹਾਂ, ਬਟ ਆਪਾਂ ਜੇ ਪੰਜਾਬੀ 'ਚ ਲਈਏ ਤਾਂ ਉਮਰ। ਆਪਣੀ ਉਮਰ ਅਸੀਂ ਕੱਟਦੇ ਹਾਂ, ਅਸੀਂ ਜਿੰਨੀ ਖੁਸ਼ਹਾਲ ਕੱਟ ਸਕਦੇ ਹਾਂ ਉਨੀ ਵਧੀਆ। ਹੁਣ ਤੁਸੀਂ ਗੱਲ ਕੀਤੀ ਹੈ ਕਿ ਆਪਣਾ ਘਰੇਲੂ ਇਲਾਜ, ਆਪਣੀ ਜਿਹੜੀ ਰਸੋਈ ਹੈ ਇਹ ਸਭ ਤੋਂ ਵੱਡੀ ਆਯੁਰਵੇਦ ਦਾ ਖਜ਼ਾਨਾ ਹੈ। ਹੁਣ ਗੱਲ ਆਈ ਕਿ ਆਪਾਂ ਕੀ ਯੂਜ਼ ਕਰ ਸਕਦੇ ਹਾਂ। ਹੁਣ ਤੁਸੀਂ ਇਹ ਦੇਖੋ, ਆਪਾਂ ਤੇਲ ਜਾਂ ਘਿਓ ਯੂਜ਼ ਕਰਦੇ ਹਾਂ। ਤੇਲ ਜਾਂ ਘਿਓ ਯੂਜ਼ ਕਰਨ ਦਾ ਇੱਕ ਇਹ ਤਰੀਕਾ ਹੁੰਦਾ ਕਿ ਉਹ ਆਪਣੇ ਸਰੀਰ ਨੂੰ ਤਾਕਤ ਦਿੰਦੇ ਹੈ, ਇੱਕ ਤਾਕਤ ਦਾ ਸੋਰਸ ਹੈ, ਤੇ ਇੱਕ ਲੇਅਰ ਬਣਾਉਂਦੇ ਹੈ ਜਿਹਨੂੰ ਆਪਾਂ ਕਫ ਕਹਿੰਦੇ ਹਾਂ ਆਯੁਰਵੇਦ ਦੇ ਹਿਸਾਬ ਨਾਲ। ਉਹ ਵੀ ਸਾਡੇ ਸਰੀਰ 'ਚ ਇੱਕ ਤ੍ਰਿਦੋਸ਼ ਹੈ, ਵਾਤ, ਪਿੱਤ ਤੇ ਕਫ। ਇਹਨਾਂ ਦਾ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਆਯੁਰਵੈਦਿਕ ਦੇ ਵਿੱਚ ਇਮਿਊਨਿਟੀ ਸਿਸਟਮ ਨੂੰ, ਆਪਣੇ ਨੂੰ, ਇਹਦੀ ਸ਼ਕਤੀ, ਜੋ ਰੋਗਾਂ ਨਾਲ ਲੜਨ ਦੀ ਸਮਰੱਥਾ ਸਰੀਰ ਦੀ ਵਧਾਉਣ ਦੇ ਲਈ ਆਯੁਰਵੈਦਿਕ ਵਿੱਚ ਆਪਾਂ ਘਰੇਲੂ ਤੌਰ 'ਤੇ ਹੋਰ ਕੀ ਆਪਾਂ ਉਪਾਅ ਕਰ ਸਕਦੇ ਹਾਂ? ਸਭ ਤੋਂ ਪਹਿਲੇ ਉਹੀ ਆਹਾਰ ਨੂੰ ਆਪਾਂ ਔਸ਼ਧ ਦੇ ਤੌਰ 'ਤੇ, ਮਤਲਬ ਜਿਹੜੀ ਦਵਾਈ ਦੇ ਤੌਰ 'ਤੇ ਆਪਾਂ ਆਯੁਰਵੇਦ 'ਚ ਆਹਾਰ ਨੂੰ ਹੀ ਸਭ ਤੋਂ ਵੱਡੀ ਦਵਾਈ ਮੰਨਦੇ ਹਾਂ। ਹੁਣ ਆਪਣਾ ਜੇ ਖਾਣਾ ਪਚ ਰਿਹਾ ਹੈ, ਆਪਣੇ ਸਰੀਰ ਨੂੰ ਲੱਗ ਰਿਹਾ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੋਏਗੀ ਕਿ ਸਾਨੂੰ ਦਵਾਈ ਖਾਣ ਦੀ ਲੋੜ ਪਏਗੀ। ਹੁਣ ਇਸ ਤਰ੍ਹਾਂ ਕਿ ਆਪਾਂ ਘਰੇਲੂ ਕੀ ਲੱਭ ਸਕਦੇ ਹਾਂ, ਆਪਾਂ ਨੂੰ ਸ਼ਾਇਦ ਆਪਾਂ ਖਾ ਸਕਦੇ ਹਾਂ। ਜੋ ਆਯੁਰਵੈਦਿਕ ਹੈ, ਲੋਕਾਂ ਦਾ ਖਾਸ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਇਸ ਤੋਂ ਭਰੋਸਾ ਕਿਉਂ ਉੱਠ ਗਿਆ? ਐਲੋਪੈਥੀ ਨੂੰ ਤਰਜੀਹ ਜ਼ਿਆਦਾ ਕਿਉਂ? ਆਯੁਰਵੇਦ ਦਾ ਮੈਂ ਇਹ ਕਹੂੰਗੀ ਕਿ ਲੋਕਾਂ ਨੂੰ ਇਹ ਲੱਗਦਾ ਕਿ ਇਹ ਸਲੋ ਪ੍ਰੋਸੈਸ ਨਾਲ ਕੰਮ ਕਰਦੀ ਹੈ। ਠੀਕ ਹੈ, ਮੈਂ ਮੰਨਦੀ ਹਾਂ ਕਿ ਇਹ ਸਲੋ ਪ੍ਰੋਸੈਸ ਨਾਲ ਕੰਮ ਕਰਦੀ ਹੈ, ਬਟ ਇਹ ਇੱਕ ਸ਼ਾਰਟ ਤਰੀਕਾ ਹੈ। ਆਪਾਂ ਇਹ ਕਹੀਏ ਕਿ ਆਯੁਰਵੇਦ ਸਿਧਾਂਤ ਹੈਗੇ ਆ ਕੁਝ, ਜਿਵੇਂ ਤ੍ਰਿਦੋਸ਼ ਦਾ ਸਿਧਾਂਤ ਹੈ, ਪੰਚ ਮਹਾਭੂਤ ਦਾ ਸਿਧਾਂਤ ਹੈ, ਦਰਵਯ ਦਾ। ਦਰਵਯ 'ਚ ਰਸ, ਗੁਣ, ਵੀਰਯ, ਵਿਪਾਕ। ਠੀਕ ਹੈ, ਫਿਰ ਆਪਾਂ ਦੇਸ਼ 'ਤੇ ਆਉਂਦੇ ਹਾਂ, ਕਾਲ 'ਤੇ ਆਉਂਦੇ ਹਾਂ। ਹੁਣ ਇਹ ਦੇਖੋ, ਗਰਮੀ ਦਾ ਕਾਲ ਚੱਲ ਰਿਹਾ, ਲੋਕ ਹਲਦੀ ਪੀ ਜਾਂਦੇ ਆ। ਆਯੁਰਵੈਦ ਦੇ ਵਿੱਚ ਵੱਡੇ ਇਲਾਜ ਸੰਭਵ ਨੇ, ਜਿਵੇਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ, ਜੋ ਐਲੋਪੈਥੀ ਵੀ ਕਈ ਵਾਰ ਜਵਾਬ ਦੇ ਦਿੰਦੀ ਹੈ, ਆਪਰੇਸ਼ਨ ਦਾ ਇਲਾਜ ਨਹੀਂ ਹੁੰਦਾ। ਕਿ ਆਯੁਰਵੈਦਿਕ ਵਿੱਚ ਇਹੋ ਜਿਹੀਆਂ ਹੋਰ ਕੈਂਸਰ ਵਰਗੀਆਂ ਹੋਰ ਵੱਡੀ ਬਿਮਾਰੀਆਂ ਨੇ ਜੇ ਕਿ ਉਹਨਾਂ ਦਾ ਇਲਾਜ ਸੰਭਵ ਹੈ? ਇਹ ਮੋਟਾ, ਮਤਲਬ ਸੈੱਲ ਗਰੋਥ ਇੱਕ ਜਗ੍ਹਾ 'ਤੇ ਵੱਧਦੀ ਜਾਂਦੀ ਹੈ, ਮਤਲਬ ਇੱਕ ਜਗ੍ਹਾ 'ਤੇ ਇੱਕ ਤਰ੍ਹਾਂ ਦਾ ਮੋਟਾ ਮਾਸ ਬਣਦਾ ਜਾਂਦਾ ਹੈ। ਉਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਆਯੁਰਵੇਦ 'ਚ ਮੇਦ ਸ਼ਾਮਕ ਦਰਵਯ, ਕਫ ਸ਼ਾਮਕ ਦਰਵਯ, ਫਿਰ ਪ੍ਰਕਿਰਤੀ ਦੇ ਹਿਸਾਬ ਨਾਲ ਕਿ ਕਿਸ ਵਜ੍ਹਾ ਨਾਲ ਉਹ ਬਿਮਾਰੀ ਹੋਈ। ਅਗਰ ਮੈਂ ਇਹ ਕਹਾਂ ਕਿ ਕੈਂਸਰ ਹੋ ਗਿਆ, ਬਟ ਕੈਂਸਰ ਦੀ ਵਜ੍ਹਾ ਨਾ ਦੇਖਾਂ ਤੇ ਸਿਰਫ ਕੈਂਸਰ ਦੇ ਉੱਤੇ ਕੰਮ ਕਰਾਂ, ਉਹ ਨਹੀਂ ਚੱਲੇਗਾ। ਚਲ ਹੋਰ ਕੇ ਵੀ ਅੱਜ ਕੱਲ੍ਹ ਤਾਂ ਹਰ ਇੱਕ ਦੂਜਾ ਬੰਦਾ ਹੀ ਬਿਮਾਰ ਹੈ। ਇਸੇ ਕਾਰਨ ਕੀ ਹੈ? ਕਿ ਕੋਈ ਇਨਵਾਇਰਮੈਂਟ ਪ੍ਰੋਬਲਮ ਹੈ, ਵਾਤਾਵਰਨ ਦਿੱਕਤ ਹੈ, ਜਾਂ ਫਿਰ ਖਾਣ ਪੀਣ ਦਾ ਸਿਸਟਮ ਇਹੋ ਜਿਹਾ ਬਣ ਗਿਆ ਕਿ ਹਰ ਇੱਕ ਬੰਦਾ ਹੀ ਬਿਮਾਰੀ ਦੀ ਜਕੜ ਦੇ ਵਿੱਚ ਆਉਂਦਾ ਜਾ ਰਿਹਾ? ਕੋਈ ਇਹ ਨਹੀਂ ਧਿਆਨ ਦਿੰਦਾ। ਫਾਸਟ ਫੂਡ ਸਭ ਖਾਣਾ ਚਾਹੁੰਦੇ, ਕਿਉਂਕਿ ਇਹ ਸਵਾਦ ਲੱਗਦਾ ਹੈ। ਸਵਾਦ ਕਿਵੇਂ ਲੱਗ ਰਿਹਾ? ਉਹ ਇੰਨਾ ਕੁ ਨਮਕ ਪਾਉਂਦੇ ਆ ਕਿ ਤੁਹਾਡੀ ਬਾਕੀ ਸੈਂਸੇਸ਼ਨਸ ਜੀਭ ਦੀਆਂ ਖਤਮ ਹੋ ਜਾਂਦੀਆਂ। ਉਹ ਮਿਰਚੀ ਤੁਹਾਨੂੰ ਟੇਸਟੀ ਲੱਗਦੀ ਹੈ ਕਿ ਉਹ ਤੁਸੀਂ ਇਹ ਨਹੀਂ ਦੇਖਦੇ ਕਿ ਇੱਕਦਮ ਜਿਹੜਾ ਸਾਲਟ ਤੁਸੀਂ ਪੂਰੇ ਦਿਨ 'ਚ ਖਾਣਾ ਸੀ, ਉਹ ਤੁਸੀਂ ਇੱਕ ਪੈਕੇਟ ਕੁਰਕੁਰੇ, ਜਾਂ ਮੈਂ ਐਗਜ਼ਾਮਪਲ ਦੇ ਰਹੀ ਹਾਂ, ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਹੀ, ਮੈਂ ਜਸਟ ਐਗਜ਼ਾਮਪਲ ਦੇ ਰਹੀ ਹਾਂ ਕਿ ਇੱਕ ਪੈਕੇਟ ਕੋਈ ਵੀ ਚੀਜ਼ ਤੁਸੀਂ ਖਾਧੀ ਹੈ, ਉਹਦੇ 'ਚ ਤੁਸੀਂ ਉਹ ਪੂਰਾ ਨਮਕ ਪੂਰੇ ਦਿਨ ਦਾ ਖਾ ਲਿਆ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ ਹਾਂ। ਦਰਸ਼ਕੋ, ਕੋਵਿਡ-19 ਦੇ ਜੋ ਪ੍ਰਭਾਵ ਨੇ, ਜੋ ਮਹਾਮਾਰੀ ਇਹ ਪੂਰੇ ਸੰਸਾਰ ਦੇ ਵਿੱਚ ਫੈਲੀ ਸੀ, ਇੱਕ ਵਾਰ ਫਿਰ ਤੋਂ ਇਸ ਮਹਾਮਾਰੀ ਨੇ ਇਸ ਸੰਸਾਰ ਨੂੰ, ਖਾਸ ਕਰਕੇ ਭਾਰਤ ਦੇਸ਼ ਨੂੰ ਇੱਕ ਵਾਰ ਫਿਰ ਤੋਂ ਚੱਕਰ ਦੇ ਵਿੱਚ ਲੈ ਲਿਆ। ਜਿਵੇਂ ਆਮ ਗੱਲ ਚੱਲਦੀ ਹੈ ਕਿ ਵੀ ਜੋ ਵੈਕਸੀਨ ਹੈ, ਵੈਕਸੀਨ ਤਿਆਰ ਹੋ ਚੁੱਕੀ ਹੈ, ਪਰ ਕਿਤੇ ਨਾ ਕਿਤੇ ਆਮ ਜੋ ਲੋਕ ਨੇ, ਗਰੀਬ ਲੋਕ ਨੇ, ਉਹ ਇਸ ਡਰ ਦੇ ਵਿੱਚ, ਸਹਿਮ ਦੇ ਵਿੱਚ ਨੇ ਕਿ ਵੈਕਸੀਨ ਤੋਂ ਬਾਅਦ ਵੀ ਕਈ ਜੋ ਕੇਸ ਨੇ ਉਹ ਕੇਸ ਪੋਜ਼ੀਟਿਵ ਪਾਏ ਗਏ ਨੇ। ਅਤੇ ਜੇਕਰ ਗੱਲ ਕੀਤੀ ਜਾਵੇ ਕਿ ਇਸ ਬਿਮਾਰੀ ਦਾ ਕੋਈ ਘਰੇਲੂ ਇਲਾਜ ਹੈ, ਤਾਂ ਇਸ ਸਭ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਡਾਕਟਰ ਅਨੁਭਵ ਨੇ, ਜੋ ਆਯੁਰਵੈਦਿਕ ਨਾਲ ਸੰਬੰਧਿਤ ਨੇ। ਮੈਡਮ, ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਧੰਨਵਾਦ ਸਰ, ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੈ। ਮੈਂ ਚਾਹਾਂਗੀ ਕਿ ਮੈਂ ਲੋਕਾਂ ਨੂੰ ਕੁਝ ਦੱਸ ਸਕਾਂ, ਕੁਝ ਉਹਨਾਂ ਨੂੰ ਸਮਝਾ ਸਕਾਂ, ਅਤੇ ਕੁਝ ਉਹਨਾਂ ਦੇ ਡਰ ਦੂਰ ਕਰ ਸਕਾਂ। ਮੈਮ, ਜੋ ਇੱਕ ਕਰੋਨਾ ਮਹਾਮਾਰੀ ਦਾ ਜੋ ਸਮਾਂ ਅਤੇ ਜੋ ਇਹ ਬਿਮਾਰੀ ਹੈ, ਜੇਕਰ ਗੱਲ ਕੀਤੀ ਜਾਵੇ ਖਾਸ ਆਯੁਰਵੈਦਿਕ ਤੌਰ 'ਤੇ, ਕੀ ਘਰੇਲੂ ਕੋਈ ਆਯੁਰਵੈਦਿਕ ਤੌਰ 'ਤੇ ਇਹੋ ਜਿਹਾ ਇਲਾਜ ਹੈ ਜਿਸ ਨਾਲ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹੋਵੇ, ਤਾਂ ਪੋਸੀਬਲ ਹੋਵੇ ਕਿ ਆਮ ਲੋਕ ਇਸ ਨੂੰ ਵਰਤ ਕੇ ਇਸ ਬਿਮਾਰੀ ਤੋਂ ਕਿਤੇ ਨਾ ਕਿਤੇ ਛੁਟਕਾਰਾ ਪਾ ਸਕਣ? ਦੇਖੋ, ਆਯੁਰਵੇਦ ਇੱਕ ਐਸੀ ਸਾਇੰਸ ਹੈਗੀ ਹੈ ਜਿਹਨੂੰ ਅਸੀਂ ਆਯੂ ਹਿੰਦੀ 'ਚ ਆਪਾਂ ਆਯੂ ਕਹਿੰਦੇ ਹਾਂ, ਬਟ ਆਪਾਂ ਜੇ ਪੰਜਾਬੀ 'ਚ ਲਈਏ ਤਾਂ ਉਮਰ। ਆਪਣੀ ਉਮਰ ਅਸੀਂ ਕੱਟਦੇ ਹਾਂ, ਅਸੀਂ ਜਿੰਨੀ ਖੁਸ਼ਹਾਲ ਕੱਟ ਸਕਦੇ ਹਾਂ ਉਨੀ ਵਧੀਆ। ਹੁਣ ਤੁਸੀਂ ਗੱਲ ਕੀਤੀ ਹੈ ਕਿ ਆਪਣਾ ਘਰੇਲੂ ਇਲਾਜ, ਆਪਣੀ ਜਿਹੜੀ ਰਸੋਈ ਹੈ ਇਹ ਸਭ ਤੋਂ ਵੱਡੀ ਆਯੁਰਵੇਦ ਦਾ ਖਜ਼ਾਨਾ ਹੈ। ਤੁਸੀਂ ਸ਼ੁਰੂ ਹੋ ਜਾਓ ਤੇਲ ਤੋਂ, ਘਿਓ ਤੋਂ, ਫਿਰ ਆਪਣੇ ਜਿਹੜੇ ਮਸਾਲੇ ਸਬਜ਼ੀਆਂ 'ਚ ਪੈਂਦੇ ਆ, ਜਾਂ ਜਿਹੜੀਆਂ ਸਬਜ਼ੀਆਂ ਅਸੀਂ ਬਣਾਉਂਦੇ ਹਾਂ ਅਤੇ ਜਿਸ ਤਰੀਕੇ ਨਾਲ ਅਸੀਂ ਬਣਾਉਂਦੇ ਹਾਂ। ਹੁਣ ਇਹ ਚੀਜ਼ ਪੂਰੇ ਸੰਸਾਰ ਨੇ ਮੰਨੀ ਹੈ ਕਿ ਜੋ ਖਾਣਾ ਆਪਣੇ ਇੰਡੀਅਨ ਹਾਊਸ ਜਾਂ ਇੰਡੀਅਨ ਕਿਚਨ 'ਚ ਬਣਦਾ ਹੈ, ਉਹ ਸਭ ਤੋਂ ਬੈਸਟ ਤਰੀਕੇ ਨਾਲ ਬਣਦਾ, ਕਿਉਂਕਿ ਉਸ ਟੈਂਪਰੇਚਰ 'ਤੇ ਬਣਦਾ ਹੈ ਕਿ ਵਾਇਰਸ ਜਾਂ ਬੈਕਟੀਰੀਆ ਕੁਝ ਵੀ ਉਸ ਖਾਣੇ 'ਚ ਰਹਿ ਨਹੀਂ ਸਕਦਾ। ਹੁਣ ਗੱਲ ਆਈ ਕਿ ਆਪਾਂ ਕੀ ਯੂਜ਼ ਕਰ ਸਕਦੇ ਹਾਂ। ਹੁਣ ਤੁਸੀਂ ਇਹ ਦੇਖੋ, ਆਪਾਂ ਤੇਲ ਜਾਂ ਘਿਓ ਯੂਜ਼ ਕਰਦੇ ਹਾਂ। ਤੇਲ ਜਾਂ ਘਿਓ ਯੂਜ਼ ਕਰਨ ਦਾ ਇੱਕ ਇਹ ਤਰੀਕਾ ਹੁੰਦਾ ਕਿ ਉਹ ਆਪਣੇ ਸਰੀਰ ਨੂੰ ਤਾਕਤ ਦਿੰਦੇ ਹੈ, ਇੱਕ ਤਾਕਤ ਦਾ ਸੋਰਸ ਹੈ, ਅਤੇ ਇੱਕ ਲੇਅਰ ਬਣਾਉਂਦੇ ਹੈ ਜਿਹਨੂੰ ਆਪਾਂ ਕਫ ਕਹਿੰਦੇ ਹਾਂ ਆਯੁਰਵੇਦ ਦੇ ਹਿਸਾਬ ਨਾਲ। ਉਹ ਵੀ ਸਾਡੇ ਸਰੀਰ 'ਚ ਇੱਕ ਤ੍ਰਿਦੋਸ਼ ਹੈ,
ਵਾਤ ਪਿੱਤ ਤੇ ਕਫ, ਇਹਨਾਂ ਦਾ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਇਹੀ ਬੈਲੈਂਸ ਸਾਡੀ ਹਰ ਤਰ੍ਹਾਂ ਦੇ ਖਾਣੇ ਬਣਾਉਣ 'ਚ ਹੈ। ਆਪਾਂ ਤੇਲ ਤੋਂ ਸ਼ੁਰੂ ਹੋ ਕੇ ਜੀਰਾ ਪਾ ਲਈਏ, ਉਹ ਆਪਣੀ ਇਮਿਊਨਿਟੀ ਤੇ ਕੰਮ ਕਰਦਾ ਹੈ, ਆਪਣੀ ਡਾਈਜੈਸ਼ਨ ਤੇ ਕੰਮ ਕਰਦਾ ਹੈ। ਇਹ ਚੀਜ਼ਾਂ ਇਸ ਤਰ੍ਹਾਂ ਹੈ ਕਿ ਆਪਾਂ ਛੋਟੀ ਦੇਖ ਕੇ ਚੱਲਾਂਗੇ ਤੇ ਬਹੁਤ ਡਿਟੇਲ ਤੱਕ ਜਾ ਸਕਦੇ ਆਪਾਂ। ਤਾਂ ਇਹ ਘਰੇਲੂ ਨੁਸਖੇ ਆਪਾਂ ਬਹੁਤ ਡਿਟੇਲ 'ਚ ਜਾਵਾਂਗੇ। ਜਿਸ ਤਰ੍ਹਾਂ ਆਪਾਂ ਗੱਲ ਕਰਾਂਗੇ, ਜਿਵੇਂ ਆਪਾਂ ਜੀਰੇ ਦੀ ਗੱਲ ਕੀਤੀ ਹੈ, ਜੀਰਾ ਇੱਕ ਆਪਣੀ ਦੀਪਨ ਪਾਚਨ ਦਾ ਕੰਮ ਕਰਦਾ ਹੈ, ਠੀਕ ਹੈ, ਆਪਣੀ ਅਗਨੀ ਠੀਕ ਰੱਖਦਾ ਹੈ। ਜਦੋਂ ਖਾਣਾ ਪਚੇਗਾ, ਖਾਣਾ ਆਪਣੇ ਸਰੀਰ ਨੂੰ ਲੱਗੇਗਾ, ਆਪਣਾ ਸਰੀਰ ਤੰਦਰੁਸਤ ਹੋਏਗਾ, ਤਾਂ ਨੈਚੁਰਲੀ ਹੈ ਕਿ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲੇਗੀ ਹੀ ਮਿਲੇਗੀ। ਜੀ ਜੇਕਰ ਗੱਲ ਕੀਤੀ ਜਾਵੇ ਆਯੁਰਵੈਦਿਕ ਦੇ ਵਿੱਚ ਇਮਿਊਨਿਟੀ ਸਿਸਟਮ ਨੂੰ, ਆਪਣੇ ਨੂੰ, ਇਹਦੀ ਸ਼ਕਤੀ, ਜੋ ਰੋਗਾਂ ਨਾਲ ਲੜਨ ਦੀ ਸਮਰੱਥਾ ਸਰੀਰ ਦੀ ਵਧਾਉਣ ਦੇ ਲਈ ਆਯੁਰਵੈਦਿਕ ਵਿੱਚ ਆਪਾਂ ਘਰੇਲੂ ਤੌਰ 'ਤੇ ਹੋਰ ਕੀ ਆਪਾਂ ਉਪਾਅ ਕਰ ਸਕਦੇ ਹਾਂ? ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਇਮਿਊਨਿਟੀ ਦੀ, ਠੀਕ ਹੈ ਨਾ, ਸਭ ਤੋਂ ਪਹਿਲੇ ਉਹੀ ਆਹਾਰ ਨੂੰ ਆਪਾਂ ਔਸ਼ਧ ਦੇ ਤੌਰ ਤੇ, ਮਤਲਬ ਜਿਹੜੀ ਦਵਾਈ ਦੇ ਤੌਰ ਤੇ ਆਪਾਂ ਆਯੁਰਵੇਦ 'ਚ ਆਹਾਰ ਨੂੰ ਹੀ ਸਭ ਤੋਂ ਵੱਡੀ ਦਵਾਈ ਮੰਨਦੇ ਹਾਂ। ਹੁਣ ਆਪਣਾ ਜੇ ਖਾਣਾ ਪਚ ਰਿਹਾ ਹੈ, ਆਪਣੇ ਸਰੀਰ ਨੂੰ ਲੱਗ ਰਿਹਾ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਹੋਏਗੀ ਕਿ ਸਾਨੂੰ ਦਵਾਈ ਖਾਣ ਦੀ ਲੋੜ ਪਏਗੀ। ਹੁਣ ਇਸ ਤਰ੍ਹਾਂ ਹੈ ਕਿ ਆਪਾਂ ਘਰੇਲੂ ਕੀ ਲੱਭ ਸਕਦੇ ਹਾਂ? ਆਪਾਂ ਨੂੰ ਸ਼ਹਿਦ ਆਪਾਂ ਖਾ ਸਕਦੇ ਹਾਂ। ਸ਼ਹਿਦ ਇੱਕ ਐਸੀ ਚੀਜ਼ ਹੈ ਕਿ ਜੋ ਸਾਨੂੰ ਰੋਗ ਪ੍ਰਤੀਰੋਧਕ ਸ਼ਕਤੀ ਬਣਾਉਣ 'ਚ ਬਹੁਤ ਕੰਮ ਆਉਂਦਾ ਹੈ। ਆਪਾਂ ਕੀ ਕਰਦੇ ਹਾਂ, ਅੱਜ ਕੱਲ੍ਹ ਆਪਾਂ ਸ਼ਹਿਦ ਨੂੰ ਗਰਮ ਪਾਣੀ ਨਾਲ ਲੈ ਰਹੇ ਹਾਂ, ਬਟ ਜਦਕਿ ਆਯੁਰਵੇਦ 'ਚ ਕਿਹਾ ਗਿਆ ਹੈ ਕਿ ਆਪਾਂ ਸ਼ਹਿਦ ਨੂੰ ਗਰਮ ਨਹੀਂ ਕਰਨਾ। ਥੋੜਾ ਆਪਾਂ ਇਸ ਚੀਜ਼ ਨੂੰ ਸਮਝੀਏ। ਕੁਛ ਐਸਾ ਕਿਹਾ ਹੋਏਗਾ ਨਾ ਕਿ ਕਿਉਂਕਿ ਆਯੁਰਵੇਦ 'ਚ ਦੇ ਹਿਸਾਬ ਨਾਲ ਜਿਹੜਾ ਸ਼ਹਿਦ ਹੈ ਉਹਨੇ ਕੰਮ ਕਰਨਾ ਹੈ ਕਫ ਤੇ ਆਪਾਂ ਉਹਨੂੰ ਗਰਮ ਕਰਕੇ ਉਲਟਾ ਉਹਦਾ ਕੰਮ ਇੱਕਦਮ ਵਧਾ ਰਹੇ ਹਾਂ। ਤਾਂ ਸ਼ਹਿਦ ਦਾ ਕੰਮ ਹੁੰਦਾ ਲੇਹਨ ਕੀ ਮਤਲਬ ਜਿਹਨੂੰ ਚੱਟ ਕੇ ਖਾਣਾ ਹੈ। ਜਦੋਂ ਆਪਾਂ ਚੱਟ ਕੇ ਖਾਂਦੇ ਹਾਂ, ਸਾਡੇ ਪੂਰੀ ਜੀਭ ਤੇ ਲੱਗੇਗੀ ਉਹ ਚੀਜ਼, ਠੀਕ ਹੈ ਨਾ, ਉਹ ਜਿੱਦਾਂ ਐਬਜ਼ੌਰਬ ਹੋਏਗੀ, ਉਹ ਸੂਖਸ਼ਮ ਆਪਣੇ ਕੇਂਦਰਾਂ 'ਚ ਜਾਏਗੀ ਸਰੀਰ ਦੇ, ਜਿਹਦੇ ਨਾਲ ਉਹ ਇਮਿਊਨਿਟੀ ਵਧਾਏਗੀ। ਫਿਰ ਉਹ ਇਹ ਹੈ ਕਿ ਸ਼ਹਿਦ ਦੇ ਨਾਲ ਅਸੀਂ ਕਿਹੜਾ ਐਸਾ ਚੀਜ਼ ਪਾ ਸਕਦੇ ਹਾਂ ਕਿ ਜੋ ਇਸ ਚੀਜ਼ ਸ਼ਹਿਦ ਦੇ ਕੰਮ ਨੂੰ ਵਧਾਏ ਤੇ ਜਾਂ ਸ਼ਹਿਦ ਉਸ ਦੇ ਕੰਮ ਨੂੰ ਵਧਾਏ। ਜਿਵੇਂ ਆਪਾਂ ਅਦਰਕ ਦਾ ਆਪਾਂ ਰਸ ਕੱਢ ਕੇ ਅਗਰ ਆਪਾਂ ਉਹਦੇ ਨਾਲ ਲੇਹਨ ਕਰਾਉਂਦੇ ਹਾਂ ਸ਼ਹਿਦ ਦੇ ਨਾਲ, ਤੇ ਉਹ ਤੁਹਾਡੇ ਗਲੇ ਤੋਂ ਲੈ ਕੇ ਪੂਰੇ ਤੁਹਾਡੇ ਇੰਟੈਸਟਾਈਨ ਐਂਡ ਤੱਕ ਉਹ ਪੂਰਾ ਉਹਨੂੰ ਸਾਫ਼ ਕਰਨ 'ਚ ਹੈਲਪ ਕਰਦਾ, ਕਿਉਂਕਿ ਉਹਦੀ ਐਬਜ਼ੌਰਪਸ਼ਨ ਬਹੁਤ ਫਾਸਟ ਹੁੰਦੀ ਹੈ। ਆਪਾਂ ਇਲਾਇਚੀ ਦਾਣੇ ਨੂੰ ਪੀਸ ਕੇ ਸ਼ਹਿਦ ਦੇ ਨਾਲ ਤੇ ਇਹਦੇ ਨਾਲ ਅਦਰਕ ਦੇ ਨਾਲ ਦੇ ਸਕਦੇ ਹਾਂ। ਇਹਦੇ ਨਾਲ ਦੋ ਕੰਮ ਹੋਣਗੇ। ਇਹਦੇ ਨਾਲ ਇਹ ਹੈ ਕਿ ਜਿਹੜੀ ਤੁਹਾਨੂੰ ਸੁੱਕੀ ਖਾਂਸੀ ਹੈ ਉਹ ਬਿਲਕੁਲ ਨਹੀਂ ਹੋਏਗੀ। ਡਾਈਜੈਸ਼ਨ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਉਹ ਬਹੁਤ ਸਟਰੋਂਗ ਹੋਏਗੀ। ਇਹ ਸਭ ਛੋਟੀਆਂ ਚੀਜ਼ਾਂ ਹੈ ਜਿਹੜੀਆਂ ਆਪਾਂ ਨੂੰ ਹੈਲਪ ਕਰ ਸਕਦੀਆਂ। ਹੁਣ ਆਪਾਂ ਇੱਕ ਅਖਰੋਟ ਦੀ ਐਗਜ਼ਾਮਪਲ ਲੈਂਦੇ ਹਾਂ। ਅਖਰੋਟ ਨੂੰ ਆਪਾਂ ਵੈਸੇ ਆਪਾਂ ਖਾਂਦੇ ਹਾਂ, ਠੀਕ ਹੈ, ਸਭ ਨੂੰ ਪਤਾ ਹੈ ਕਿ ਅਖਰੋਟ ਅੱਛਾ ਹੈ ਖਾਣ 'ਚ, ਬਟ ਅਗਰ ਅਸੀਂ ਉਹਨੂੰ ਭੁੰਨ ਕੇ ਹਲਕੇ ਜਿਹੇ ਘਿਓ 'ਚ ਭੁੰਨ ਕੇ ਪੀਸ ਕੇ ਸ਼ਹਿਦ ਨਾਲ ਦਈਏ ਤੇ ਉਹ ਤੁਹਾਡੀ ਖਾਂਸੀ ਤੇ, ਜਿਵੇਂ ਆਪਾਂ ਛੋਟੇ ਬੱਚੇ ਨੂੰ ਇੱਕਦਮ ਖਾਂਸੀ ਲੱਗਦੀ ਹੈ, ਘਬਰਾ ਜਾਂਦੇ ਹਾਂ, ਉਹਨੂੰ ਚੰਗੀ ਤਰ੍ਹਾਂ ਪੀਸ ਕੇ ਦਿਓ, ਬਿਲਕੁਲ ਬਹੁਤ ਅੱਛਾ ਅਸਰ ਕਰੇਗਾ। ਬਟ ਇਹ ਹੈ ਕਿ ਇਹ ਹਲਕੇ ਨੁਸਖੇ ਹੈ, ਬਟ ਜੇ ਤੁਹਾਨੂੰ ਲੱਗਦਾ ਕਿ ਫਰਕ ਨਹੀਂ ਪੈ ਰਿਹਾ ਤੇ ਪਲੀਜ਼ ਮੈਂ ਇਹੀ ਕਹੂੰਗੀ ਕਿ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਮੈਮ ਇਹ ਜੋ ਆਯੁਰਵੈਦਿਕ ਹੈ, ਲੋਕਾਂ ਦਾ ਖਾਸ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਇਸ ਤੋਂ ਭਰੋਸਾ ਕਿਉਂ ਉੱਠ ਗਿਆ? ਐਲੋਪੈਥੀ ਨੂੰ ਤਰਜੀਹ ਜ਼ਿਆਦਾ ਕਿਉਂ? ਆਯੁਰਵੇਦ ਦਾ ਮੈਂ ਕਹੂੰਗੀ ਕਿ ਲੋਕਾਂ ਨੂੰ ਇਹ ਲੱਗਦਾ ਕਿ ਇਹ ਸਲੋ ਪ੍ਰੋਸੈਸ ਨਾਲ ਕੰਮ ਕਰਦੀ ਹੈ। ਠੀਕ ਹੈ, ਮੈਂ ਮੰਨਦੀ ਹਾਂ ਕਿ ਇਹ ਸਲੋ ਪ੍ਰੋਸੈਸ ਨਾਲ ਕੰਮ ਕਰਦੀ ਹੈ, ਬਟ ਇਹ ਇੱਕ ਸ਼ਾਰਟ ਤਰੀਕਾ ਹੈ। ਆਪਾਂ ਇਹ ਕਹੀਏ ਕਿ ਆਯੁਰਵੇਦ ਸਿਧਾਂਤ ਹੈਗੇ ਆ ਕੁਝ, ਜਿਵੇਂ ਤ੍ਰਿਦੋਸ਼ ਦਾ ਸਿਧਾਂਤ ਹੈ, ਪੰਚ ਮਹਾਭੂਤ ਦਾ ਸਿਧਾਂਤ ਹੈ, ਦ੍ਰਵਯ 'ਚ ਰਸ ਗੁਣ ਵੀਰਯ ਵਿਪਾਕ, ਠੀਕ ਹੈ। ਫਿਰ ਆਪਾਂ ਦੇਸ਼ ਤੇ ਆਉਂਦੇ ਹਾਂ, ਕਾਲ ਤੇ ਆਉਂਦੇ ਹਾਂ। ਹੁਣ ਇਹ ਦੇਖੋ ਗਰਮੀ ਦਾ ਕਾਲ ਚੱਲ ਰਿਹਾ, ਲੋਕ ਹਲਦੀ ਪੀ ਜਾਂਦੇ ਆ ਦੁੱਧ 'ਚ ਪਾ ਕੇ, ਬਟ ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਹਲਦੀ ਗਰਮ ਹੈ, ਕਾਲ ਗਰਮ ਹੈ। ਜੇ ਤੁਹਾਡੀ ਪ੍ਰਕਿਰਤੀ, ਜਿੱਦਾਂ ਆਪਾਂ ਤ੍ਰਿਦੋਸ਼ ਦੀ ਗੱਲ ਕੀਤੀ, ਪਿੱਤਜ ਪ੍ਰਕਿਰਤੀ ਉਹ ਗਰਮ ਹੈ ਤੇ ਉਹ ਤੁਹਾਨੂੰ ਨੁਕਸਾਨ ਹੀ ਕਰੇਗੀ। ਹੁਣ ਕਈ ਲੋਕਾਂ ਨੂੰ ਮੈਂ ਸੁਣਿਆ WhatsApp ਤੋਂ ਮੈਸੇਜ ਪੜ੍ਹਦੇ ਆ, ਇਹ ਚੀਜ਼ ਨੁਕਤਾ ਦਿੱਤਾ, ਉਹ ਚੀਜ਼ ਨੁਕਤਾ ਦਿੱਤਾ, ਉਹ ਖਾ ਰਹੇ ਆ, ਸਾਨੂੰ ਜੀ ਐਸਿਡਿਟੀ ਹੋ ਗਈ, ਸਾਨੂੰ ਅਲਸਰ ਦੀ ਪ੍ਰੋਬਲਮ ਹੋ ਗਈ, ਜਾਂ ਸਾਨੂੰ ਖੱਟੇ ਡਕਾਰ ਆਉਣੇ ਸ਼ੁਰੂ ਹੋ ਗਏ, ਜਾਂ ਸਾਨੂੰ ਲੂਜ਼ ਮੋਸ਼ਨ ਲੱਗ ਗਿਆ। ਇਹ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਅੰਧਾਧੁੰਦ ਫੋਲੋ ਕਰ ਰਹੇ ਹੋ। ਤੁਸੀਂ ਇਹ ਨਹੀਂ ਦੇਖ ਰਹੇ ਕਿ ਆਯੁਰਵੇਦ ਦੇ ਹਿਸਾਬ ਨਾਲ ਕਿੰਨੀ ਡੋਜ਼ ਹੈ। ਡੋਜ਼ ਵੀ ਤਾਂ ਮਾਇਨੇ ਰੱਖਦੀ ਹੈ, ਕਿਉਂਕਿ ਆਪਾਂ ਨੂੰ ਅਗਰ ਚੀਜ਼ 1 ਚਮਚ ਕਹੀ ਗਈ ਹੈ, ਠੀਕ ਹੈ, ਉਹ 1 ਚਮਚ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੱਕੋ ਟਾਈਮ 1 ਚਮਚ ਖਾਣੀ ਹੈ। 1 ਚਮਚ ਹੈ ਕਿ ਮਤਲਬ ਤੁਸੀਂ ਦਿਨ 'ਚ ਡਿਵਾਈਡ ਕਰਕੇ ਖਾਣੀ ਹੈ। ਹੁਣ ਇਹ ਹੈ ਕਿ ਤੁਸੀਂ ਕੋਈ ਅੱਧਾ ਚਮਚ ਪਚਾ ਸਕਦਾ ਹੈ, ਕੋਈ 1/4 4 ਟਾਈਮ ਲੈ ਲੇ, ਬਟ ਨਹੀਂ, ਅਸੀਂ ਕੀ ਕਰਦੇ ਹਾਂ, 1 ਚਮਚ ਕਿਹਾ ਹੈ, ਇਹ ਨਹੀਂ ਸੋਚਦੇ ਆਪਾਂ ਇਕੱਠਾ 1 ਚਮਚ ਲੈ ਲੈਂਦੇ। ਉਹਦੇ ਨਾਲ ਕੀ ਹੁੰਦਾ, ਸਾਡੇ ਸਰੀਰ ਤੇ ਇੱਕਦਮ ਬੋਝ ਪੈਂਦਾ, ਜੋ ਉਹਦਾ ਕੰਮ ਹੈ ਉਹ ਇੱਕਦਮ ਵੱਧ ਜਾਂਦਾ, ਫਿਰ ਉਹ ਕੰਮ ਅਲਟੀਮੇਟਲੀ ਉਹ ਦੂਸਰੇ ਨੂੰ ਵੀ ਖਰਾਬ ਕਰਦਾ ਹੈ। ਤਾਂ ਇਸ ਲਈ ਥੋੜਾ ਜਿਹਾ ਇਹ ਧਿਆਨ ਰੱਖਣਾ ਚਾਹੀਦਾ ਕਿ ਆਪਣਾ ਕੰਮ ਅਗਰ ਅਸੀਂ ਆਯੁਰਵੇਦ ਤੋਂ ਲੈਣਾ ਹੈ ਤੇ ਤਰੀਕਾ ਸਹੀ ਹੋਣਾ ਚਾਹੀਦਾ ਹੈ। ਪਹਿਲੇ ਅਸੀਂ ਡਾਕਟਰ ਨੂੰ ਪੁੱਛੀਏ। ਹੁਣ ਆਯੁਰਵੇਦ 'ਚ ਬਹੁਤ ਚੀਜ਼ਾਂ ਚੱਲਦੀਆਂ। ਅਨੁਪਾਨ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕਿ ਤੁਸੀਂ ਇੱਕੋ ਚੀਜ਼ ਨੂੰ
ਕਈ ਚੀਜ਼ਾਂ ਨਾਲ ਖਾਓਗੇ ਤੇ ਉਹਦਾ ਅਸਰ ਹੋਰ ਆਏਗਾ। ਹੁਣ ਆਪਾਂ ਹਿੰਗਵਾਸ਼ਟਕ ਚੂਰਨ ਦੀ ਐਗਜ਼ਾਮਪਲ ਲੈਂਦੇ ਹਾਂ। ਲੋਕ ਕੀ ਕਰਦੇ ਆ, ਉਹਨੂੰ ਹਿੰਗਵਾਸ਼ਟਕ ਚੂਰਨ ਨੂੰ ਰਾਤ ਨੂੰ ਸੌਣ ਵੇਲੇ ਗਰਮ ਪਾਣੀ ਨਾਲ ਲਈ ਜਾਂਦੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਹੈ। ਉਹ ਕਹਿੰਦੇ ਆ ਕਿ ਇਹਦੇ ਨਾਲ ਸਾਨੂੰ ਬਾਵਲ ਮੂਵਮੈਂਟ ਠੀਕ ਹੋ ਜਾਂਦੀ ਹੈ ਤੇ ਅਸੀਂ ਸਵੇਰ ਫਰੈਸ਼ ਫੀਲ ਕਰਦੇ ਹਾਂ। ਬਟ ਉਹ ਜੜ ਤੱਕ ਨਹੀਂ ਜਾਣਾ ਚਾਹੁੰਦੇ ਕਿ ਇਹ ਮੈਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਕਿਉਂ ਹੈ। ਹੁਣ ਇਹੀ ਹਿੰਗਵਾਸ਼ਟਕ ਚੂਰਨ ਅਗਰ ਤੁਸੀਂ ਪਹਿਲੀ ਗ੍ਰਾਹੀ ਨਾਲ ਥੋੜੇ ਜਿਹੇ ਘਿਓ ਨਾਲ ਖਾਓ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਤੁਹਾਨੂੰ ਜ਼ਿਆਦਾ ਦੇਰ ਖਾਣ ਦੀ ਲੋੜ ਪਊਗੀ। ਕਿਉਂ? ਕਿਉਂਕਿ ਤੁਹਾਡੇ ਸਰੀਰ 'ਚ ਜਿਹੜੀ ਪਾਚਕ ਸ਼ਕਤੀ ਹੈ ਉਹ ਠੀਕ ਹੋਏਗੀ, ਵੋਵਲ ਮੂਵਮੈਂਟ ਆਪਣੇ ਆਪ ਠੀਕ ਹੋਣਗੇ, ਇੱਕ ਨੈਚੁਰਲ ਪ੍ਰੋਸੈਸ ਹੋਏਗਾ। ਆਪਾਂ ਕੀ ਕਰਦੇ ਹਾਂ, ਆਪਾਂ ਆਯੁਰਵੇਦ ਸੁਣਦੇ ਹਾਂ, ਸਮਝਦੇ ਨਹੀਂ। ਉਹ ਸਮਝ ਦੇ ਕਾਰਨ ਸਾਨੂੰ ਇੰਡੀਅਨਸ ਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਇਸ ਚੀਜ਼ ਤੇ ਭਰੋਸਾ ਉਠਾਉਂਦੇ ਜਾ ਰਹੇ ਹਾਂ। ਜੀ ਮੈਮ, ਕੀ ਆਯੁਰਵੈਦ ਦੇ ਵਿੱਚ ਵੱਡੇ ਇਲਾਜ ਸੰਭਵ ਨੇ, ਜਿਵੇਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਜੋ ਐਲੋਪੈਥੀ ਵੀ ਕਈ ਵਾਰ ਜਵਾਬ ਦੇ ਦਿੰਦੀ ਹੈ, ਆਪਰੇਸ਼ਨ ਦਾ ਇਲਾਜ ਨਹੀਂ ਹੁੰਦਾ। ਕੀ ਆਯੁਰਵੈਦਿਕ ਵਿੱਚ ਇਹੋ ਜਿਹੀਆਂ ਹੋਰ ਕੈਂਸਰ ਵਰਗੀਆਂ ਹੋਰ ਵੱਡੀ ਬਿਮਾਰੀਆਂ ਨੇ ਜੇ ਕੀ ਉਹਨਾਂ ਦਾ ਇਲਾਜ ਸੰਭਵ ਹੈ? ਦੇਖੋ, ਆਯੁਰਵੇਦ ਦੀ ਉਹੀ ਮੈਂ ਤੁਹਾਨੂੰ ਕਿਹਾ ਸਾਇੰਸ ਸਿਧਾਂਤਾਂ ਤੇ ਚੱਲਦੀ ਹੈ। ਡੈਫੀਨੇਟਲੀ ਕੈਂਸਰ ਨੂੰ ਆਯੁਰਵੇਦ 'ਚ ਅਰਬੁਦ ਕਿਹਾ ਗਿਆ ਹੈ, ਠੀਕ ਹੈ। ਇਹ ਕਫ ਤੇ ਮੇਦ ਜਨਯ ਬਿਮਾਰੀ ਹੈ। ਹੁਣ ਮੈਂ ਤੁਹਾਨੂੰ ਉਹੀ ਗੱਲ ਹੈ ਕਿ ਜ਼ਿਆਦਾ ਡਿਟੇਲ ਨਹੀਂ ਸਮਝਾ ਸਕਦੀ, ਬਟ ਇਹ ਹੈ ਕਿ ਇਹ ਮੋਟਾ ਮਤਲਬ ਸੈੱਲ ਗਰੋਥ ਇੱਕ ਜਗ੍ਹਾ ਤੇ ਵੱਧਦੀ ਜਾਂਦੀ ਹੈ, ਮਤਲਬ ਇੱਕ ਜਗ੍ਹਾ ਤੇ ਇੱਕ ਤਰ੍ਹਾਂ ਦਾ ਮੋਟਾ ਮਾਸ ਬਣਦਾ ਜਾਂਦਾ ਹੈ। ਉਸ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਆਯੁਰਵੇਦ 'ਚ ਮੇਦ ਸ਼ਾਮਕ ਦਰਵਯ, ਕਫ ਸ਼ਾਮਕ ਦਰਵਯ, ਫਿਰ ਪ੍ਰਕਿਰਤੀ ਦੇ ਹਿਸਾਬ ਨਾਲ ਕਿ ਕਿਸ ਵਜ੍ਹਾ ਨਾਲ ਉਹ ਬਿਮਾਰੀ ਹੋਈ। ਅਗਰ ਮੈਂ ਇਹ ਕਹਾਂ ਕਿ ਕੈਂਸਰ ਹੋ ਗਿਆ ਬਟ ਕੈਂਸਰ ਦੀ ਵਜ੍ਹਾ ਨਾ ਦੇਖਾਂ ਤੇ ਸਿਰਫ ਕੈਂਸਰ ਦੇ ਉੱਤੇ ਕੰਮ ਕਰਾਂ, ਉਹ ਨਹੀਂ ਚਲੇਗਾ। ਮੈਨੂੰ ਇਹ ਪੂਰਾ ਦੇਖਣਾ ਪਏਗਾ ਕਿ ਕਿਸ ਵਜ੍ਹਾ ਨਾਲ ਬਣਿਆ, ਕਿਸ ਏਰੀਆ 'ਚ ਬਣਿਆ ਹੈ, ਫਿਰ ਉਹਦਾ ਕੀ ਅਸਰ ਹੋ ਰਿਹਾ ਬਾਕੀ ਏਰੀਆ ਤੇ। ਫਿਰ ਉਹਦੇ ਨਾਲ ਇਹ ਹੈ ਕਿ ਅਸੀਂ ਡੋਜ਼ ਡਿਸਾਈਡ ਕਰਦੇ ਹਾਂ, ਦਰਵਯ ਬਣਾਉਂਦੇ ਹਾਂ। ਆਯੁਰਵੈਦਿਕ ਇੱਕ ਖਾਸੀਅਤ ਹੈ ਕਿ ਸ਼ਾਸਤਰਾਂ 'ਚ ਹਰ ਚੀਜ਼ ਦਿੱਤੀ ਗਈ ਹੈ ਔਰ ਇਹ ਵੀ ਬੋਲਿਆ ਗਿਆ ਕਿ ਤੁਸੀਂ ਯੁਕਤੀ ਇਸਤੇਮਾਲ ਕਰ ਸਕਦੇ ਹੋ। ਯੁਕਤੀ ਕੀ ਮਤਲਬ ਤੁਸੀਂ ਆਪਣਾ ਆਈਡੀਆ ਲਗਾ ਸਕਦੇ ਹੋ ਕਿ ਸਪੋਜ਼ ਤੁਹਾਨੂੰ ਡਰੱਗਸ ਦੇ ਦਿੱਤੇ ਗਏ ਆ, ਤੁਹਾਨੂੰ ਆਯੁਰਵੇਦ ਨੇ ਦੱਸਤਾ ਕਿ ਇਹ ਡਰੱਗ ਇੱਥੇ ਕੰਮ ਕਰੇਗਾ, ਉਹ ਡਰੱਗ ਉੱਥੇ ਕੰਮ ਕਰੇਗਾ। ਇਹ ਤੁਸੀਂ ਆਪਣੇ ਹਿਸਾਬ ਨਾਲ, ਆਪਣੀ ਯੁਕਤੀ ਨਾਲ ਤੁਸੀਂ ਡਰੱਗ ਦੀ ਕੰਪੋਜੀਸ਼ਨ ਘਟਾ ਵਧਾ ਸਕਦੇ ਹੋ। ਇਹ ਸਭ ਚੀਜ਼ਾਂ ਅਗਰ ਅਸੀਂ ਜਿਵੇਂ ਕਹੀਏ ਕਿ ਰਿਸਰਚ ਦਾ ਕੰਮ ਹੈ, ਜਿੱਦਾਂ ਆਪਾਂ ਰਿਸਰਚ ਇਹਦੇ ਤੇ ਵਧਾਵਾਂਗੇ, ਪਲੱਸ ਅਗਰ ਅਸੀਂ ਸ਼ਾਸਤਰਾਂ ਦੇ ਹਿਸਾਬ ਨਾਲ ਚੱਲੀਏ ਨਾ, ਜਿਹਨੂੰ ਅਸੀਂ ਸ਼ਾਸਤਰੋਕਤ ਯੋਗ ਕਹਿੰਦੇ ਹਾਂ, ਜੋ ਲਿਖੇ ਹੋਏ ਆ ਚਰਕ 'ਚ, ਸੁਸ਼ਰੁਤ 'ਚ, ਵਾਗਭਟ 'ਚ, ਅਗਰ ਅਸੀਂ ਉਸ ਹਿਸਾਬ ਨਾਲ ਚੱਲੀਏ ਤਾਂ ਡੈਫੀਨੇਟਲੀ ਵੱਡੀ ਬਿਮਾਰੀਆਂ ਦਾ ਵੀ ਇਲਾਜ ਆਯੁਰਵੇਦ 'ਚ ਹੈ। ਮੈਮ, ਜੋ WhatsApp ਤੇ ਸੁਨੇਹੇ ਆਉਂਦੇ ਆ, ਮੈਸੇਜ ਆਉਂਦੇ ਆ ਕਿ ਤੁਸੀਂ ਆਹ ਇਸਤੇਮਾਲ ਕਰ ਲਓ, ਇਸ ਤਰ੍ਹਾਂ ਤੁਹਾਨੂੰ ਇਸ ਬਿਮਾਰੀ ਤੋਂ ਰਾਹਤ ਮਿਲ ਜੂਗੀ, ਜਾਂ ਤੁਸੀਂ 10 ਦਿਨ ਦੇ ਵਿੱਚ 10 ਕਿਲੋ ਵਜ਼ਨ ਘਟਾ ਸਕਦੇ ਹੋ, ਇਹ ਕਿੰਨੇ ਕੁ ਕਾਰਗਰ ਸਾਬਤ ਹੁੰਦੇ ਨੇ ਜਾਂ ਫਿਰ ਇਹ ਇੱਕ ਨੁਕਸਾਨ ਕਰਦੀਆਂ ਆਹ ਚੀਜ਼ਾਂ ਵੀ ਕਿਤੇ ਨਾ ਕਿਤੇ? ਦੇਖੋ, ਇਹ ਪਤਾ ਕੀ ਗੱਲ ਹੈਗੀ ਹੈ, ਇਹ ਤੁਸੀਂ ਹੈ ਕਿ ਆਯੁਰਵੇਦ ਦੇ ਨਾਮ ਤੇ ਕੁਝ ਵੀ ਵੇਚ ਸਕਦੇ ਹੋ। ਕਿਉਂਕਿ ਆਯੁਰਵੇਦ ਜਦੋਂ ਤੁਸੀਂ ਕਹਿੰਦੇ ਹੋ, ਲੋਕਾਂ ਦੇ ਦਿਮਾਗ 'ਚ ਆ ਜਾਂਦਾ ਹੈ ਕਿ ਮੈਨੂੰ ਕੋਈ ਸਾਈਡ ਇਫੈਕਟ ਨਹੀਂ ਹੋਏਗਾ। ਪਰ ਤੁਸੀਂ ਆਪ ਸੋਚੋ, ਜਿਹੜੇ ਪੜ੍ਹੇ ਲਿਖੇ ਸਮਝਦਾਰ ਲੋਕ ਹੈ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਗਰ ਤੁਸੀਂ 10 ਦਿਨਾਂ 'ਚ 10 ਕਿਲੋ ਵਜ਼ਨ ਘਟਾ ਰਹੇ ਹੋ, ਤੁਹਾਡੇ ਸਰੀਰ ਨੂੰ ਕਿਤੇ ਨਾ ਕਿਤੇ ਉਹ ਘਾਟ ਪੈ ਰਹੀ ਹੈ। ਹੁਣ ਇਹ ਘਾਟ ਕਿਸ ਤਰ੍ਹਾਂ ਪੈ ਰਹੀ ਹੈ? ਅਗਰ ਤੁਸੀਂ ਆਯੁਰਵੇਦ ਦੇ ਹਿਸਾਬ ਨਾਲ ਚਲੋ ਤੇ ਰਸ, ਰਕਤ, ਮਾਂਸ, ਮੇਦ ਘਟਾਣਾ ਹੈ, ਦੈਟ ਮੀਨਸ ਕਿ ਤੁਸੀਂ ਆਪਣਾ ਰਸ, ਰਕਤ ਤੇ ਮਾਂਸ ਤਿੰਨੋਂ ਚੀਜ਼ਾਂ ਨੂੰ ਡਿਸਟਰਬ ਕਰ ਲਿਆ। ਉਹਦੇ ਬਾਅਦ ਜਿਹੜੀਆਂ ਹੋਰ ਮਤਲਬ 7 ਧਾਤੂਆਂ ਹੁੰਦੀਆਂ, ਠੀਕ ਹੈ, ਤੁਸੀਂ ਪਹਿਲੇ 3 ਡਿਸਟਰਬ ਕੀਤੀਆਂ, ਫਿਰ ਅਗਲੀਆਂ 3 ਵੀ ਡਿਸਟਰਬ ਕਰ ਲਿਆ, ਕਿਉਂਕਿ ਅਲਟੀਮੇਟਲੀ ਉਹ ਚੀਜ਼ ਤੁਹਾਡੇ ਵੀਰੇ ਤੱਕ ਜਾਊਗੀ। ਵੀਰੇ ਨੂੰ ਅਸੀਂ ਕਹਿੰਦੇ ਹਾਂ ਸ਼ਕਤੀ। ਜਦੋਂ ਤੁਹਾਡਾ ਉਹੀ ਡਿਸਟਰਬ ਹੋ ਗਿਆ, ਤੁਹਾਡੀ ਸ਼ਕਤੀ ਡਿਸਟਰਬ ਹੋ ਗਈ, ਫਿਰ ਤੁਸੀਂ ਕਿੱਥੋਂ ਕਹੋਗੇ ਕਿ ਅਸੀਂ ਐਨਰਜੈਟਿਕ ਫੀਲ ਕਰਦੇ ਹਾਂ? ਫਿਰ ਲੋਕ ਕਹਿੰਦੇ ਆ ਕਿ ਜੇ ਸਾਨੂੰ ਇੱਕਦਮ ਮੇਦ ਘਟਾਉਣਾ ਜਾਂ ਇੱਕਦਮ weight ਘਟਾਉਣ ਨਾਲ ਇਹ ਪ੍ਰੋਬਲਮ ਆ ਗਈ ਜਾਂ ਉਹ ਪ੍ਰੋਬਲਮ ਆ ਗਈ। ਪ੍ਰੋਬਲਮਸ ਤਾਂ ਆਉਣਗੀਆਂ, ਕਿਉਂਕਿ ਤੁਸੀਂ ਦੇਖੋ ਕਿ ਉਹ ਤੁਹਾਡਾ weight ਕਿੱਥੋਂ ਘਟਿਆ ਹੈ, ਤੁਹਾਨੂੰ ਨਹੀਂ ਪਤਾ ਕਿ ਉਹ ਤੁਹਾਡਾ ਮਸਲ ਮਾਸ ਗਿਆ ਹੈ ਜਾਂ ਤੁਹਾਡਾ ਫੈਟ ਗਿਆ ਹੈ। ਅਗਰ ਤੁਹਾਡਾ ਫੈਟ ਗਿਆ ਹੈ ਤੇ ਤੁਹਾਡੇ ਫੈਟ ਨੇ ਕੁਝ ਤੇ ਕੰਮ ਕਰਨਾ ਸੀ। ਅਗਰ ਤੁਹਾਡੇ ਸਰੀਰ 'ਚ ਫੈਟ ਹੈ, ਉਹ ਕੁਝ ਤਾਂ ਕੰਮ ਕਰ ਰਿਹਾ। ਸਪੋਜ਼ ਕਿ ਉਹ ਤੁਹਾਨੂੰ ਇਨਸੂਲੇਸ਼ਨ ਪ੍ਰੋਵਾਈਡ ਕਰ ਰਿਹਾ ਸਰਦੀਆਂ 'ਚ, ਗਰਮੀਆਂ 'ਚ ਉਹ ਇੱਕ ਲੇਅਰ ਬਣਾ ਰਿਹਾ ਕਿ ਇੱਕਦਮ ਤੁਹਾਨੂੰ ਗਰਮੀ ਵੀ ਨਾ ਲੱਗੇ। ਕੋਈ ਇਹ ਕਹੇਗਾ ਕਿ ਫੈਟ ਦੋ ਤਰ੍ਹਾਂ ਦਾ ਕੰਮ ਕਰਦਾ ਹੈ, ਨਾ ਉਹ ਤੁਹਾਨੂੰ ਜ਼ਿਆਦਾ ਗਰਮੀ ਲੱਗਣ ਦਿੰਦਾ ਤੇ ਨਾ ਹੀ ਜ਼ਿਆਦਾ ਸਰਦੀ ਲੱਗਣ ਦਿੰਦਾ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਹੁਣ ਇੱਕਦਮ ਤੁਸੀਂ ਜੇ ਤੁਸੀਂ weight reduce ਕਰਨਾ, ਮੈਂ ਐਗਜ਼ਾਮਪਲ weight reduce ਦੀ ਲੈ ਰਹੀ ਹਾਂ, ਇੱਕਦਮ ਤੁਸੀਂ ਗਰਮ ਚੀਜ਼ਾਂ ਹੀ ਖਾਓਗੇ ਤਾਂ ਹੀ ਤੁਸੀਂ weight reduce ਕਰਦੇ ਹੋ। ਫਿਰ ਉਹ ਗਰਮ ਚੀਜ਼ਾਂ ਤੁਹਾਡੇ ਪੇਟ 'ਚ ਜਾ ਕੇ ਇੱਕਦਮ ਕੀ ਕਰਨਗੀਆਂ? ਤੁਹਾਡਾ ਡਾਈਜੈਸਟਿਵ ਸਿਸਟਮ ਡਿਸਟਰਬ ਕਰਨਗੀਆਂ ਤੇ ਅਲਸਰ ਹੋ ਗਿਆ ਤੇ ਫਿਰ ਨੈਚੁਰਲੀ ਹੈ ਕਿ ਤੁਸੀਂ ਪੈ ਗਏ ਕਿ ਹੁਣ ਤੁਸੀਂ ਐਂਟਾਸਿਡ ਖਾਣਾ ਸ਼ੁਰੂ ਕਰਤਾ। ਐਂਟਾਸਿਡ ਫਿਰ ਅਲਟੀਮੇਟਲੀ ਉਹ ਤੁਹਾਡੀ ਬਿਮਾਰੀਆਂ ਦਾ ਵੱਧਦਾ ਜਾਏਗਾ ਸਿਸਟਮ। ਇੱਕ ਸਵਾਲ ਹੋਰ ਕਿ ਵੀ ਅੱਜ ਕੱਲ੍ਹ ਤਾਂ ਹਰ ਇੱਕ ਦੂਜਾ ਬੰਦਾ ਹੀ ਬਿਮਾਰ ਹੈ। ਇਸ ਦੇ ਕਾਰਨ ਕੀ ਹੈ? ਕਿ ਕੋਈ ਇਨਵਾਇਰਮੈਂਟ ਪ੍ਰੋਬਲਮ ਹੈ, ਵਾਤਾਵਰਨ ਦਿੱਕਤ ਹੈ, ਜਾਂ ਫਿਰ ਖਾਣ ਪੀਣ ਦਾ ਸਿਸਟਮ ਇਹੋ ਜਿਹਾ ਬਣ ਗਿਆ ਕਿ ਹਰ ਇੱਕ ਬੰਦਾ ਹੀ ਬਿਮਾਰੀ ਦੀ ਜਕੜ ਦੇ ਵਿੱਚ ਆਉਂਦਾ ਜਾ ਰਿਹਾ? ਬਿਮਾਰੀ ਹੋਣ ਦਾ ਸਭ ਤੋਂ ਵੱਡਾ ਕਾਰਨ ਮੈਂ ਇਹੀ ਕਹੂੰਗੀ ਕਿ ਸਾਡਾ ਆਪਸ ਦਾ ਜਿਹੜਾ ਆਸ-ਪਾਸ ਦਾ ਵਾਤਾਵਰਨ ਹੈ। ਹੁਣ ਜਿਵੇਂ ਕਹਿ ਲਓ ਕਿ ਆਪਣਾ ਕੀ ਸ਼ੁੱਧ ਹੈ? ਕੁਝ ਵੀ ਨਹੀਂ। ਆਪਾਂ ਸਾਹ ਲੈ ਰਹੇ ਹਾਂ, ਉਹ ਦੂਸ਼ਿਤ ਹੈ। ਆਪਾਂ ਪਾਣੀ ਪੀ ਰਹੇ ਹਾਂ, ਉਹ ਦੂਸ਼ਿਤ ਹੈ। ਆਪਾਂ ਜਿਸ ਧਰਤੀ 'ਤੇ ਰਹਿ ਰਹੇ ਹਾਂ, ਉਹ ਦੂਸ਼ਿਤ ਹੈ। ਆਪਾਂ ਨੂੰ ਜੋ ਚੀਜ਼ ਕੰਟੈਕਟ 'ਚ ਆ ਰਹੀ ਹੈ,
ठीक है ना, वो दूषित है। वही चीज़ पहले बाहर है, वही चीज़ अपने अंदर जा रही है, चाहे वो साह दे राही जा रही है, चाहे वो खाने दे राही जा रही है, चाहे ਅਸੀਂ ਪੀ ਰਹੇ ਹਾਂ, ठीक है। फिर दूसरा ਇਹ ਹੋ ਗਿਆ ਕਿ ਚਲੋ ਦੂਸ਼ਿਤ ਤਾਂ ਹੈਗਾ ਹੀ ਹੈਗਾ, ਅਸੀਂ ਉਸ ਨੂੰ ਫਾਸਟ ਫੂਡ ਦੇ ਤੌਰ ਤੇ ਬਹੁਤ ਹੀ ਇੱਕ ਕਨਸੈਂਟਰੇਟਡ, ਜਿਵੇਂ ਆਪਾਂ ਨਮਕ, ਕੋਈ ਇਹ ਨਹੀਂ ਧਿਆਨ ਦਿੰਦਾ ਫਾਸਟ ਫੂਡ ਸਭ ਖਾਣਾ ਚਾਹੁੰਦੇ ਕਿਉਂ, ਕਿਉਂਕਿ ਇਹ ਸਵਾਦ ਲੱਗਦਾ ਹੈ। ਸਵਾਦ ਕਿਵੇਂ ਲੱਗ ਰਿਹਾ, ਉਹ ਇੰਨਾ ਕੁ ਨਮਕ ਪਾਉਂਦੇ ਆ ਕਿ ਤੁਹਾਡੀ ਬਾਕੀ ਸੈਂਸੇਸ਼ਨਸ ਜੀਭ ਦੀਆਂ ਖਤਮ ਹੋ ਜਾਂਦੀਆਂ। ਉਹ ਮਿਰਚੀ ਤੁਹਾਨੂੰ ਟੇਸਟੀ ਲੱਗਦੀ ਹੈ ਕਿ ਉਹ ਤੁਸੀਂ ਇਹ ਨਹੀਂ ਦੇਖਦੇ ਕਿ ਇੱਕਦਮ ਜਿਹੜਾ ਸਾਲਟ ਤੁਸੀਂ ਪੂਰੇ ਦਿਨ 'ਚ ਖਾਣਾ ਸੀ, ਉਹ ਤੁਸੀਂ ਇੱਕ ਪੈਕੇਟ ਕੁਰਕੁਰੇ, ਜਾਂ ਮੈਂ ਐਗਜ਼ਾਮਪਲ ਦੇ ਰਹੀ ਹਾਂ, ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਹੀ, ਮੈਂ ਜਸਟ ਐਗਜ਼ਾਮਪਲ ਦੇ ਰਹੀ ਹਾਂ ਕਿ ਇੱਕ ਪੈਕੇਟ ਕੋਈ ਵੀ ਚੀਜ਼ ਤੁਸੀਂ ਖਾਧੀ ਹੈ, ਉਹਦੇ 'ਚ ਤੁਸੀਂ ਉਹ ਪੂਰਾ ਨਮਕ ਪੂਰੇ ਦਿਨ ਦਾ ਖਾ ਲਿਆ, ठीक है ना। तो ये चीज़ां खराब कर दी, ये चीज़ सोचना पैंदा कि एकदम जो चीज़ जेड़ी चीज़ हौली हौली करके होनी है और एकदम कर ली है तो नुकसान तो अपने आप ही होएगा। हुण अगर तुसी सोना है, सपोज तुहाडी 6 घंटे की नींद है, अजकल की करते हैं असी मोबाइल ते बिजी रहने, असी अपनी नींद डिस्टर्ब कर ली। चलो मैं मानती हूँ कि सारे मोबाइल ते भी बिजी नहीं रहते। बच्चे की करते हैं, लेट नाइट पढ़ते हैं, 2 बजे तक पढ़ते हैं, ठीक है, फिर सुबह 10 बजे उठणगे, ठीक है। उन्हों का की है कि एक तरह का उन्होंने नींद डिस्टर्ब करती, वो किदे ते इफेक्ट करेगा, वो मानसिक इफेक्ट होएगा, मानसिक इफेक्ट होएगा वो तुहाडे शारीरिक इफेक्ट आएगा कि मतलब ये मन ते शरीर दोवें रिलेटेड है। चाहे तुसी शरीर तो मन दूषित कर रहे हो, चाहे मन तो दूषित शरीर कर रहे हो। ये अपना रहन सहन का कह लो, खान पीन का कह लो, ये सब चीज़ों की वजह नाल साडी शरीर मतलब शारीरिक ताकत, मानसिक ताकत ये सब घटती जा रही है, जिस कारण असीं बीमार हो रहे हैं। ਜੀ ਮੈਡਮ, ਮੇਰਾ ਇੱਕ ਆਖਰੀ ਸਵਾਲ ਕਿ ਵੀ ਹਿੰਦੁਸਤਾਨ ਦੇ ਲੋਕਾਂ ਦਾ ਆਯੁਰਵੈਦਿਕ ਤੇ ਹੁਣ ਭਰੋਸਾ ਕਿਵੇਂ ਬਣੇਗਾ? देखो मेरे हिसाब नाल मैं अगर कहां ना तो जो असी सब तो पहले तो आयुर्वेद की पढ़ाई ते फोकस करिए, क्योंकि जो भी बच्चा आयुर्वेद करना चाहता है वो पूरी डिटेल नाल पढ़े, वो चाहे कि ਉਹਦੇ कॉन्सैप्ट क्लीयर होन। सैकेंड कि तुसी अगर कोई पेशेंट आयुर्वेद डॉक्टर को जाता है तो जिस तरह डॉक्टर ਤੁਹਾਨੂੰ पहले तो क्वेश्चन पूछता है, ਤੁਹਾਡੀ हिस्टरी बनाता है, ਉਹਦੇ तो तुसी हसो ना, क्योंकि असी हिस्टरी बनानी ਹੁੰਦੀ है। ਤੁਹਾਡਾ ਉਹੀ कह लो भी असी शरीर ਦਾ हर धातु ਲੈਣਾ ਹੁੰਦਾ, मल मूत्र तक भी ਲੈਣਾ ਹੁੰਦਾ। ਅਸੀਂ कई बार क्वेश्चन पूछने, पेशेंट सोचता कि पता नहीं इन्ने डिटेल च क्वेश्चन, पर जिन्ना ਅਸੀਂ डिटेल च जावांगे उन्नी ਅਸੀਂ ਵਧੀਆ ਦਵਾਈ ਦੇ ਸਕਦੇ ਹਾਂ। ਸੈਕੰਡ ਇਹ ਹੋਏਗਾ ਕਿ ਤੁਸੀਂ ਡਾਕਟਰ को जाके जिस तरह डॉक्टर ने ਤੁਹਾਨੂੰ ਕਿਹਾ उस तरह दवाई लो। और थर्ड प्लीज़ मैं ये सब ਨੂੰ ਕਹਿਣਾ ਚਾਹਾਂਗੀ कि ਜੇ ਦਵਾਈ ਤੁਹਾਨੂੰ सूट ਕੀਤੀ है, ਇਹਦਾ मतलब ਇਹ ਨਹੀਂ ਹੈਗਾ कि ਉਹੀ ਦਵਾਈ ਤੁਹਾਡੇ ਘਰਦਿਆਂ भी सूट करेगी या तुहाडे आस पड़ोस च सूट करेगी। क्यों? क्योंकि हर किसी की प्रकृति अलग है, दवाई का असर करने का तरीका अलग है, उन्होंने देने का तरीका अलग है। प्लीज़ कोशिश करो कि तुसी डॉक्टर ते भरोसा रखो, डॉक्टर तुहाडा कभी भी नुकसान नहीं चाहेगा। ਇਹ ਗੱਲ ਤਾਂ ਖਾਸ ਕਰਕੇ ਐਲੋਪੈਥੀ ਜਿਵੇਂ ਹੁੰਦਾ ਕਿ ਯਾਰ ਜੇ ਕਿਸੇ ਨੂੰ ਸਿਰ ਦੁਖਣ ਦੀ ਪ੍ਰੋਬਲਮ ਹੈ ਕੋਈ ਹੋਰ, ਤਾਂ ਉਹ ਕਹਿੰਦੇ ਆ ਲੈ ਪੈਨ ਕਿੱਧਰ ਲੈ ਲੈ, ਠੀਕ ਨਾਲ ਠੀਕ ਹੋ ਜਾਊਗਾ। ਉਹ ਵੀ ਤਾਂ ਕਿਤੇ ਨਾ ਫਿਰ ਦਿੱਕਤਾਂ ਕਰਦੀ ਹੈ ਦਵਾਈ। ਬਿਲਕੁਲ ਜੀ, ਉਹੀ ਮੈਂ ਤੁਹਾਨੂੰ ਕਹਿਣਾ ਚਾਹਾਂਗੀ। ਹੁਣ ਤੁਸੀਂ ਸਿਰ ਦਰਦ ਦੀ ਐਗਜ਼ਾਮਪਲ ਦਿੱਤੀ ਹੈ, ਹੁਣ ਸਾਡੇ ਆਯੁਰਵੇਦ 'ਚ ਸਿਰ ਦਰਦ ਹੀ ਬਹੁਤ ਤਰੀਕੇ ਨਾਲ ਹੁੰਦਾ। ਉਹੀ ਦੋਸ਼ ਦੇ ਹਿਸਾਬ ਨਾਲ ਵਾਤਜ, ਪਿੱਤਜ, ਕਫਜ। ਅਸੀਂ ਪੁੱਛਦੇ ਹਾਂ ਕਿ ਸਿਰ ਦਰਦ ਕਿੱਥੇ ਹੋ ਰਿਹਾ ਹੈ, ਕਿਸ ਫ੍ਰੀਕੁਐਂਸੀ 'ਚ ਹੁੰਦਾ ਹੈ, ਕਿਸ ਟਾਈਮ ਹੁੰਦਾ ਹੈ, ਸੌਣ ਦੇ ਬਾਅਦ ਹੁੰਦਾ, ਸੌਣ ਤੋਂ ਪਹਿਲੇ ਹੁੰਦਾ, ਸੌਣ ਦੇ ਬਾਅਦ ਸ਼ਾਂਤ ਹੁੰਦਾ ਜਾਂ ਸੌਣ ਦੇ ਬਾਅਦ ਵੱਧਦਾ ਹੈ। ਮਤਲਬ ਇਹ ਚੀਜ਼ਾਂ ਹੁੰਦੀਆਂ ਕਿ ਅਸੀਂ ਦੋਸ਼ ਦੇ ਹਿਸਾਬ ਨਾਲ ਦਵਾਈ ਦੇਣੀ ਹੁੰਦੀ। ਔਰ ਤੁਸੀਂ ਇਹ ਦੇਖੋ ਆਯੁਰਵੇਦ 'ਚ ਪੇਨ ਕਿਲਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਿਉਂ? ਕਿਉਂਕਿ ਅਸੀਂ पेन ਨੂੰ किल नहीं करते, असी देने आ दवाई दोष ਨੂੰ सामने करने वास्ते, ठीक है, ताकि शरीर उस अवस्था च आए कि वो अपने आप ਨੂੰ ही मेनटेन कर सके। अगर असी भी पेन किलर देना शुरू कर दिए तो फिर तो बिल्कुल ये समझ लो कि पेशेंट सिर्फ पेन किलर्स ਤੇ ਹੀ ਟਿਕੇ ਰਹਿ ਜਾਣਗੇ। ਜੀ ਸੋ ਸ਼ੁਕਰੀਆ ਮੈਮ, ਤੁਸੀਂ ਸਾਡੇ ਦਰਸ਼ਕਾਂ ਨਾਲ ਬਹੁਤ ਕੀਮਤੀ ਅਹਿਮ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਮੈਨੂੰ ਬੁਲਾਉਣ ਵਾਸਤੇ। ਮੈਂ ਕੋਸ਼ਿਸ਼ ਕਰਾਂਗੀ ਕਿ ਅੱਗੇ ਵੀ ਐਵੇਂ ਹੀ ਦਰਸ਼ਕਾਂ ਨਾਲ ਕੰਟੈਕਟ ਕਰਦੀ ਰਵਾਂ। ਦਰਸ਼ਕੋ, ਅੱਜ ਤੁਸੀਂ ਬੜੀ ਕੀਮਤੀ ਅਹਿਮ ਜਾਣਕਾਰੀ ਸਾਡੇ ਚੈਨਲ ਤੋਂ ਲਗਾਤਾਰ ਤੁਸੀਂ ਸਿਆਸੀ ਖਬਰਾਂ, ਸਿਆਸੀ ਇੰਟਰਵਿਊਜ਼ ਦੇਖਦੇ ਰਹਿੰਦੇ ਹੋ, ਪਰ ਇਸ ਵਾਰ ਤੁਸੀਂ ਅਲੱਗ ਜਾਣਕਾਰੀ ਹਾਸਲ ਕੀਤੀ ਤੇ ਖਾਸ ਕਰਕੇ ਕਰੋਨਾ ਦੀ ਮਹਾਮਾਰੀ ਦੇ ਵਿੱਚ ਜੋ ਅੱਜ ਸੰਸਾਰ ਜੂਝ ਰਿਹਾ ਹੈ, ਇੱਕ ਅਲੱਗ ਪੜਾਅ 'ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਇਸ ਮਾਮਲੇ ਦੇ ਵਿੱਚ ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ 'ਤੇ।